ਵਾਹਿਗੁਰੂ ਜੀ, ਵਾਹਿਗੁਰੂ ਜੀ।
ਮੰਗਲ ਕਰਤ ਆਦ ਕਮਲਾਸਨਾ ਬੰਦਤ ਗਮਨਤ ਤਰਹਿ ਉਪਾਸਨਾ ਸਨੇ ਸਨੇ ਕੂਦ ਚਲ ਜਾਹੀ ਬੇਸਤ ਬੋਲਤ ਆਨੰਦ ਉਪਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਾਨ ਅਪਰ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਹੋਈ ਗਏ, ਜੋ ਕਿ ਸਮਾਂ ਹੋਇਆ ਗਏ ਗੁਰ ਇਤਿਹਾਸ ਦੀ ਕਥਾ ਵਿਚਾਰ ਦੇ ਨਾਲ ਜੁੜਨ ਦਾ। ਸੋ ਆਓ ਗੁਰ ਸੰਗਤ ਜੀ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਇਤਿਹਾਸ ਨਾਲ ਜੁੜੀਏ। ਕੱਲ ਦੇ ਦੀਵਾਨ ਅੰਦਰ ਆਪਾਂ ਸਰਬੱਤ ਸੰਗਤ ਸਰਵਣ ਕਰ ਰਹੇ ਸਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੰਜ ਭੂਤਿਕ ਸਰੀਰ ਦਾ ਤਿਆਗ ਕੀਤਾ ਹੈ ਤੇ ਦੇਵਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰ ਰਹੇ ਹਨ। ਇੱਕ ਬੜਾ ਸੁੰਦਰ ਦੀਵਾਨ ਜਿਸ ਅੰਦਰ ਇੱਕ ਕਮਰਾ ਬਣੇ, ਉਹਦੇ ਤੇ ਥੜਾ ਬਣੇ, ਹੀਰੇ ਤੇ ਸੋਨੇ ਦੇ ਨਾਲ ਉਹਤੇ ਚਿੱਤਰਕਾਰੀ ਕੀਤੀ ਗਈ, ਚਾਰੇ ਪਾਸੇ ਕੀਮਤੀ ਝੰਡੇ ਲਾਏ ਗਏ, ਉਹਦੇ ਉੱਪਰ ਇੱਕ ਸੁੰਦਰ ਤੇ ਵੱਡਾ ਸਰਾਣਾ ਰੱਖਿਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਦੀਵਾਨ ਦੇ ਅੰਦਰ ਬੈਠ ਕਰ ਦੇਵਤੇ ਪਹਿਰੇ ਤੇ ਕਹਿ ਲੋ ਸੇਵਾ ਵਿੱਚ ਹਾਜ਼ਰ ਨੇ ਤੇ ਬੈਕੁੰਠ ਧਾਮ ਵਾਲੇ ਪਾਸੇ ਮਹਾਰਾਜ ਜੀ ਜਾ ਰਹੇ। ਕੱਲ ਆਪਾਂ ਸ਼ਬਦ ਸਰਵਣ ਕੀਤਾ ਸੀ ਕਿ ਜੈ ਜੈ ਉੱਚੇ ਨਾਦ ਬਖਾਨਾ, ਉੱਚੀ ਆਵਾਜ਼ ਵਿੱਚ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਜੈਕਾਰ ਕਰ ਰਹੇ। ਸਿਮਰ ਕੇ ਸਤਿਨਾਮ ਸੁਖ ਵਾਨਾ, ਔਰ ਸੁਖ ਦੇਣ ਵਾਲਾ ਜੋ ਪਵਿੱਤਰ ਨਾਮ ਸ੍ਰੀ ਵਾਹਿਗੁਰੂ ਕਹਿਉ ਦਾ ਸਿਮਰਨ ਕਰ ਪਏ। ਉਹਨ ਊਰਦ ਕੋ ਚਲਿਓ ਬਬਾਨ, ਦੇਵਨ ਉਤਸਵ ਕਰਤ ਸੁਜਾਨ। ਫਿਰ ਬਬਾਨ ਬੈਕੁੰਠ ਧਾਮ ਵਾਲੇ ਪਾਸੇ ਤੁਲੇ ਤੇ ਦੇਵਤੇ ਜਿਹੜੇ ਨੇ ਗੁਰ ਸੰਗਤ ਜੀ ਉਹ ਮਹਾਰਾਜ ਜੀ ਦੇ ਬਬਾਨ ਦੀ ਸੇਵਾ ਅੰਦਰ ਹਾਜ਼ਰ ਨੇ। ਇੱਥੋਂ ਤੱਕ ਵਿਚਾਰ ਆਪਾਂ ਸਭਨਾਂ ਨੇ ਕੱਲ ਸਰਵਣ ਕੀਤੀ ਸੀ। ਇਸ ਤੋਂ ਅਗਲੇਰੇ ਕੀ ਹੋਇਆ, ਆਓ ਗੁਰ ਸੰਗਤ ਜੀ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਨੂੰ ਸਰਵਣ ਕਰੀਏ। ਆਪ ਜਿੰਨੇ ਗੁਰਮੁਖ ਮਾਈ ਭਾਈ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਗਾਦਰੀ ਭਰ ਰਹੇ ਹੋ, ਸ੍ਰੀ ਗੁਰੂ ਮਹਾਰਾਜ ਦੀਆਂ ਦੇ ਪਾਵਨ ਚਰਨਾਂ ਤੇ ਸੀਸ ਝੁਕਾਓ ਤੇ ਬੜੇ ਅਦਬ ਸਹਿਤ ਉਚਾਰਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਲ ਕਰਤ ਆਦ ਕਮਲਾਸਨਾ, ਕਮਲਾਸਨ ਦਾ ਅਖਰੀ ਅਰਥ ਹੈ ਬ੍ਰਹਮ। ਅਸਲ ਵਿੱਚ ਇਹ ਪੂਰਾ ਸ਼ਬਦ ਹੈ ਕਮਲ ਆਸਨ, ਪਰ ਭਾਈ ਸਾਹਿਬ ਜੀ ਨੇ ਇਹਨੂੰ ਕਾਵ ਰਚਨਾ ਤੇ ਲਿਖਿਆ, ਇਸ ਕਰਕੇ ਕਮਲਾਸਨ ਕਹਿ ਦਿੱਤਾ ਉਹਨਾਂ ਨੇ। ਵੈਦਿਕ ਧਰਮ ਕਹਿੰਦਾ ਕਿ ਬ੍ਰਹਮਾ ਜਿਹੜਾ ਕਿ ਉਸ ਦਾ ਕਮਲ ਦੇ ਫੁੱਲ ਵਿੱਚੋਂ ਜਨਮ ਹੋਇਆ ਤੇ ਉਸ ਉੱਪਰ ਉਹਨੇ ਆਪਣਾ ਆਸਨ ਲਾਇਆ, ਤਾਂ ਕਰਕੇ ਕਹਿੰਦੇ ਕਮਲ ਆਸਨ।
ਕਮਲ ਦੇ ਫੁੱਲ ਤੇ ਆਸਣ ਲਾਉਣ ਵਾਲਾ। ਭਾਈ ਸਭ ਦਾ ਪਿਆਰਾ ਬਚਨ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਬਾਨ ਦੇ ਨਾਲ ਤੁਰਿਆ ਧਾਰਿਆ ਬ੍ਰਹਮਾ ਆਪਣੇ ਮਨ ਹੀ ਮਨ ਦੇ ਅੰਦਰ ਬਹੁਤ ਜ਼ਿਆਦਾ ਖੁਸ਼ ਹੈ। ਬੜੀ ਵੱਡੀ ਇੱਕ ਕਾਵ ਕੁੜਾਈ ਕਹਿ ਲਓ ਕਿ ਉਸ ਗੁਰਮੁਖ ਪਿਆਰੇ ਦੀ ਸੁਰਤ ਕਿੰਨੀ ਉੱਚੀ ਹੋਵੇਗੀ ਜਿਨੇ ਇਸ ਇਤਿਹਾਸ ਨੂੰ ਵਰਣਨ ਕੀਤਾ। ਇਹ ਸੁਰਤ ਦੀਆਂ ਖੇਡਾਂ ਨੇ। ਕਿਸੇ ਮਨੁੱਖ ਦੀ ਧਾਰਮਿਕ ਸਥਾਨ ਤੇ ਰਹਿੰਦਿਆਂ ਵੀ ਸੁਰਤ ਨੀਵੀਂ ਹੋ ਸਕਦੀ ਹੈ ਤੇ ਕੋਈ ਬੰਦਾ ਆਪਣੇ ਧੰਦਿਆਂ ਨੂੰ ਕਰਦਾ ਹੋਇਆ ਵੀ ਉੱਚੀ ਸੁਰਤ ਦਾ ਮਾਲਕ ਹੋ ਸਕਦਾ ਹੈ। ਇਹ ਤਾਂ ਆਪਣੀ ਉਡਾਰੀ ਗਏ, ਆਪਣਾ ਸਿਮਰਨ ਗਏ। ਜਿਸ ਮਨੁੱਖ ਦਾ ਜਿੰਨਾ ਕੋ ਸਿਮਰਨਗੇ ਉਸ ਮਨੁੱਖ ਦੀ ਸੁਰਤ ਓਨੀ ਕੀ ਉੱਚੀ ਹੁੰਦੀ। ਇਸੇ ਕਰਕੇ ਮਹਾਰਾਜ ਨੇ ਪਾਵਨ ਬਾਣੀ 'ਚ ਇੱਕ ਬਚਨ ਆਖਿਆ ਕਿ ਭਗਤਾ ਤੈ ਸਾਰੀਆਂ ਜੋੜ ਕਦੇ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਆਮ ਸੰਸਾਰੀ ਬੰਦਾ ਕੇ ਇੱਕ ਭਗਤੀ ਕਰਨ ਵਾਲਾ ਕੇ ਇਹਨਾਂ ਦੋਨਾਂ ਦਾ ਗੁਰ ਸੰਗਤ ਦੀ ਕਦੇ ਆਪਸ ਵਿੱਚ ਮਿਲਾਪ ਨਹੀਂ ਹੋ ਸਕਦਾ। ਕਿਉਂਕਿ ਸੰਸਾਰੀ ਬੰਦਾ ਜਿਹੜਾ ਕਿ ਉਹਨੇ ਹਰ ਇੱਕ ਗੱਲ ਨੂੰ ਸੰਸਾਰ ਦੇ ਲੈਵਲ ਤੇ ਸੋਚਣਾ ਹੈ, ਉਹਦੀ ਇੱਕ ਸੀਮਾ ਕੇ ਸੋਚਣ ਦੀ ਤੇ ਆਖਰ ਸੋਚਦਾ ਇੱਥੋਂ ਤੱਕ ਜਾ ਸਕਦਾ ਕਿ ਜਿੱਦਣ ਬੰਦੇ ਦੇ ਸਵਾਸ ਖਤਮ ਹੋ ਗਏ ਉਹਦੇ ਦੀ ਮ੍ਰਿਤੂ ਹੋ ਜਾਏਗੀ। ਮਨੁੱਖ ਦੀ ਇੱਥੋਂ ਤੱਕ ਸੋਚ ਆਣਾ। ਇਹ ਸਾਡੀ ਅਖੀਰ ਵਾਲੀ ਗੱਲ ਇਹ ਵੀ ਜਿੱਦਣ ਸਵਾਸ ਹੋ ਗਏ ਉਹਦੇ ਨੇ ਮਰ ਜਾਣਾ ਹੈ। ਲੇਕਿਨ ਗੁਰਬਾਣੀ ਕਹਿੰਦੀ ਇਸ ਤੋਂ ਅੱਗੇ ਜਾ ਕੇ ਵੇਖ ਉਹ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਮਹਾਰਾਜ ਸਾਹਿਬ ਜੀ ਕਹਿੰਦੇ ਧਰਮ ਕਹਿੰਦਾ ਕਿ ਇਸ ਤੋਂ ਅੱਗੇ ਜਾ ਕੇ ਇਸ ਤੋਂ ਅੱਗੇ ਵੀ ਇੱਕ ਪੜਾਅ ਪਰਮੇਸ਼ਰ ਕਿਰਪਾ ਕਰੇ ਤੇ ਮਨੁੱਖ ਸਵਾਸਾਂ ਤੋਂ ਬਿਨਾਂ ਰਹਿ ਜਾਏ। ਅਗਲਾ ਬਚਨ ਮਹਾਰਾਜ ਸਾਹਿਬ ਜੀ ਨੇ ਇਹ ਆਖਿਆ ਕਿ ਦੁਨਿਆਵੀ ਲੋਕ ਇਸ ਗੱਲ ਦਾ ਜ਼ਿਕਰ ਕਰਦੇ ਵੀ ਆਹ ਬੰਦਾ ਰੱਬ ਨੂੰ ਨਹੀਂ ਚੇਤੇ ਕਰ ਸਕਦਾ, ਇਹ ਤਾਂ ਵਿਕਾਰੀ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਜੇ ਉਸ ਨੂੰ ਉਹਦੇ ਮਨ ਨੂੰ ਚੰਗਾ ਲੱਗਦਾ ਹੈ ਤੇ ਜਿਸ ਬਾਰੇ ਅਸੀਂ ਸੋਚਦੇ ਵੀ ਵਾਹਿਗੁਰੂ ਨਹੀਂ ਕਹਿ ਸਕਦਾ ਉਹ ਵੀ ਉਹਦੀ ਕਥਾ ਕਰਨ ਲੱਗਦਾ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਤੀਜਾ ਬਚਨ ਅਸੀਂ ਕਹਿੰਦੇ ਪਤਤ ਹੋ ਗਏ, ਇਹਦੇ ਤੇ ਕਰਮ ਬੜੇ ਗੰਦੇ, ਇਹਦਾ ਤੇ ਭਲਾ ਹੀ ਨਹੀਂ ਹੋਣਾ। ਪਰ ਮਹਾਰਾਜ ਸਾਹਿਬ ਜੀ ਨੇ ਬਚਨ ਆਖਿਆ ਪ੍ਰਭ ਭਾਵੇ ਤਾਂ ਪਤਤ ਉਧਾਰੈ। ਉਹਦੀ ਆਪਣੀ ਇੱਛਾ ਕੇ ਪਤ ਦਾ ਉਧਾਰ ਕਰਦੇ, ਆਪ ਕਰੇ ਆਪਣ ਵਿਚਾਰੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਆਪ ਸਾਰਾ ਕੁਝ ਕਰਦਾ ਕਿ ਉਹਨੂੰ ਵਿਚਾਰਨ ਵਾਲਾ ਵੀ ਉਹ ਆਪ ਅਗੇ, ਕਿਉਂਕਿ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲੇ ਬਿਕਸੇ ਅੰਤਰ ਜਾਮੇ। ਉਹ ਦੋਵਾਂ ਸਿਰਿਆਂ ਦਾ ਮਾਲਕ ਹੈ। ਸੰਸਾਰ ਦੇ ਅੰਦਰ ਇਦਾਂ ਦੇ ਕਰਮ ਕਰਦਾ ਕਿ ਇੱਕ ਤੋਂ ਕਥਾ ਕਰਾ ਰਹੇ ਤੇ ਦੂਜਿਆਂ ਨੂੰ ਸਾਹਮਣੇ ਬੜਾ ਕੇ ਸੁਣਾ ਰਹੇ। ਮਤਲਬ ਇੱਕ ਵਿੱਚ ਵਰਤ ਕੇ ਉਹ ਕਹਿੰਦਾ ਤੂੰ ਬਹਿ ਕੇ ਕਥਾ ਕਰ, ਦੂਜੇ ਨੂੰ ਕਹਿੰਦਾ ਬਹਿ ਕੇ ਸੁਣ। ਉਹ ਦੋਏ ਪਾਸੇ ਆਪ ਹੀ ਆ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਪਾਸੇ ਉਹ ਇੰਨਾ ਧਰਮੀ ਕਿ ਧਰਮ ਦਾ ਸਿਕਰ ਅਗੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ, ਇੱਕ ਪਾਸੇ ਦੂਜੇ ਸਰੀਰ ਅੰਦਰ ਏਦਾਂ ਬਣ ਕੇ ਬੈਠੋ ਉਹਨੇ ਚੇਤਾ ਹੀ ਨਹੀਂ ਕੀਤਾ ਕਦੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਖੇਡਦਾ ਕਿ ਸੰਸਾਰ ਦੇ ਨਾਲ ਖੇਲੇ ਤੇ ਸੰਸਾਰ ਦੇ ਨਾਲ ਖੇਡਦਾ ਫਿਰ ਵੇਖ ਕੇ ਖੁਸ਼ ਹੁੰਦਾ, ਹੱਸਦਾ ਕਿ ਜਿਵੇਂ ਕਿਸੇ ਬੰਦੇ ਨੇ ਦੋ ਪੁਤਲੀਆਂ ਬਣਾਈਆਂ ਤੇ ਉਹਨਾਂ ਨਾਲ ਖੇਡਦਾ ਤੇ ਉਹ ਆਪ ਹੀ ਹੈ ਨਾ। ਪੁਤਲੀਆਂ ਦੀ ਗੇਮ ਤੁਸੀਂ ਕਦੀ ਵੇਖੀ? ਜਿਤਾਉਣਾ ਤੇ ਹਰਾਉਣਾ ਤਾਂ ਖੇਡਣ ਵਾਲੇ ਦੇ ਵਾਸਨ ਵੀ ਕਿਹੜੀ ਪੁਤਲੀ ਜਿਤਾ ਦੇਣੀ ਕਿਹੜੀ ਹਰਾ ਦੇਣੀ। ਮਹਾਰਾਜ ਸਾਹਿਬ ਜੀ ਕਹਿੰਦੇ ਬਾਅਦ ਵਿੱਚ ਹੱਸਦਾ ਕਿ ਵੀ ਵੇਖੋ ਆ ਜਿੱਤ ਗਈ। ਉਹ ਪਰਮਾਤਮਾ ਦੁਨੀਆ ਨਾਲ ਖੇਡਦਾ ਪਿਆ ਕੇ ਤੇ ਗੁਰਸੰਗਤ ਦੀ ਖੇਡਣ ਤੋਂ ਬਾਅਦ ਨਾਲੇ ਹੱਸਦਾ ਪਿਆ। ਖੇਲੇ ਬਿਕਸੈ ਅੰਤਰ ਜਾਮੇ ਜੋ ਭਾਵੈ ਸੋ ਕਾਰ ਕਰਾ। ਜੋ ਉਹਨੂੰ ਚੰਗਾ ਲੱਗਦਾ ਕਿ ਉਹ ਕਾਰਜ ਕਰਾ ਦਿੰਦਾ ਕਿ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਬਾਦਸ਼ਾਹ ਜੀ ਕਹਿੰਦੇ ਉਸ ਤੋਂ ਬਿਨਾਂ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਭਾਈ ਸਾਹਿਬ ਜੀ ਨੇ ਇੱਥੇ ਬੜਾ ਪਿਆਰਾ ਬਚਨ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪਰਮਾਤਮਾ ਸਵਰੂਪ ਨੇ ਤੇ ਇੰਨੇ ਮਹਾਨ ਕਿ ਸੱਚੇ ਪਾਤਸ਼ਾਹ ਦੀ ਵਿਬਾਨ ਦੇ ਅੰਦਰ ਬੈਕੁੰਠ ਧਾਮ ਨੂੰ ਉਤਾਰੇ ਤੇ ਗੁਰ ਸੰਗਤ ਦੀ ਨਾਲ ਚੱਲਦਾ ਬ੍ਰਹਮਾ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜਾ ਆਨੰਦਮਈ ਹੁੰਦਾ ਪਿਆ। ਬਹੁਤ ਜ਼ਿਆਦਾ ਆਪਣੇ ਮਨ ਹੀ ਮਨ ਦੇ ਅੰਦਰ ਖੁਸ਼ ਹੁੰਦਾ ਪਿਆ ਕਿ ਦੀ ਬੰਦਤ ਗਮਨਤ ਧਰੇ ਉਪਾਸਨ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਕਰਨਾ ਤੇ ਸਰਬ ਦੇਵਤੇ ਨਮਸਕਾਰ ਕਰਦੇ ਪਏ ਆ।
ਤੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਤੇ ਗੁਰ ਸੰਗਤ ਦੀ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਬੜੇ ਪਿਆਰ ਨਾਲ ਭਾਵਨਾ ਦੀ ਭੇਟਾ ਵੀ ਰੱਖਦੇ ਪਏ ਗਨ। ਸਨੇ ਸਨੇ ਉੱਡ ਚਲ ਜਾਹੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪਵਿੱਤਰ ਵਿਵਾਨ ਹੈ, ਇਹ ਵਿਵਾਨ ਸਹਿਜੇ ਸਹਿਜੇ ਬੈਕੁੰਠ ਧਾਮ ਵਾਲੇ ਪਾਸੇ ਤੁਰਿਆ ਜਾ ਰਿਹਾ। ਸਹਿਜੇ ਸਹਿਜੇ ਇਹ ਵਿਵਾਨ ਜਿਹੜਾ ਕਿ ਇਹ ਬੈਕੁੰਠ ਵਾਲੇ ਪਾਸੇ ਜਾ ਰਿਹਾ ਗੇ ਜੀ। ਸਤ ਬੋਲਤ ਆਨੰਦ ਉਬਾਹੀ। ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇਵਤਿਆਂ ਦੇ ਨਾਲ ਰਸਤੇ ਅੰਦਰ ਬਚਨ ਬਲਾਸ ਕਰਦੇ ਜਾ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾਉਂਦੇ ਜਾ ਰਹੇ ਆ ਤੇ ਇਹਨਾਂ ਦੇਵਤਿਆਂ ਦੇ ਹਿਰਦੇ ਦੇ ਅੰਦਰ ਵੀ ਮਹਾਰਾਜ ਜੀ ਆਨੰਦ ਪੈਦਾ ਕਰਦੇ ਜਾ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਪੈਦਾ ਕਰਦੇ ਗਨ। ਸੰਖ ਮਿਰਦੰਗਨ ਕੀ ਧੁਨ ਸੰਗ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਵਾਨ ਦੇ ਨਾਲ ਸੰਖ ਵੀ ਵਜਾਏ ਜਾ ਰਹੇ। ਸੰਖਨ ਕੀ ਧੁਨ ਘੰਟਣ ਕੀ ਕਰ ਫੂਲਣ ਕੀ ਬਰਖਾ ਬਰਖਾਵੇ। ਇਹ ਆਪਾਂ ਦਸਮ ਗ੍ਰੰਥ ਵਿੱਚੋਂ ਪਾਠ ਪੜ੍ਹਦੇ ਕਿ ਜਦੋਂ ਕੋਈ ਦੇਵਤਾ ਪਰਮਾਤਮਾ ਦੇ ਘਰ ਅੰਦਰ ਜੁੜਦਾ ਗੇ, ਸੰਖਨ ਕੀ ਧੁਨ ਘੰਟਣ ਕੀ ਕਰ ਫੂਲਣ ਕੀ ਬਰਖਾ ਬਰਖਾਵੇ ਆਰਤੀ ਕੋਟ ਕਰੇ ਸੁਰ ਸੁੰਦਰ। ਮਹਾਰਾਜ ਸਾਹਿਬ ਜੀ ਕਹਿੰਦੇ ਮਨੁੱਖ ਤੂੰ ਰੱਬ ਦੀ ਕੀ ਆਰਤੀ ਕਰੇਗਾ। ਉਹ ਸਾਰੇ ਦੇਵਤੇ ਉਸ ਵਾਹਿਗੁਰੂ ਦੀ ਆਰਤੀ ਕਰ ਰਹੇ ਆ। ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੂਰਤੀ। ਬੰਦਾ ਕੀ ਆਰਤੀ ਕਰੂਗਾ, ਪੂਰਾ ਬ੍ਰਹਿਮੰਡ ਆਰਤੀ ਕਰ ਰਿਹਾ। ਇਹ ਅਸਲ ਵਿੱਚ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਜੋ ਆਰਤੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਏ ਉਹ ਨਹੀਂ ਪੜ੍ਹਨੇ। ਆਰਤੀ ਦਾ ਅਖਰੀ ਅਰਥ ਹੁੰਦਾ ਉਸਤਤ, ਮਤਲਬ ਮਹਿਮਾ। ਪਰ ਇਹ ਇਸ਼ਾਰਾ ਮਹਾਰਾਜ ਨੇ ਉਧਰ ਕੀਤਾ ਜਿਹੜਾ ਇੱਕ ਬੰਦਾ ਹੱਥ ਵਿੱਚ ਥਾਲ ਲੈ ਕੇ ਦੀਵੇ ਜਗਾ ਕੇ ਕਿਸੇ ਮੂਰਤ ਦੇ ਸਾਹਮਣੇ ਦੀਵੇ ਘਮਾਉਂਦਾ ਵੀ ਮੈਂ ਉਹਦੀ ਆਰਤੀ ਕੀਤੀ। ਪਰ ਸਭ ਨੇ ਆਖਿਆ ਤੇ ਤੇਰੀ ਨਿੱਕੀ ਜੀ ਗੱਲ ਉਹ ਤੇ ਐਡਾ ਵੱਡਾ ਵੀ ਪੂਰੀ ਸ੍ਰਿਸ਼ਟੀ ਉਹਦੀ ਆਰਤੀ ਕਰ ਰਹੀ। ਸਾਰੇ ਦੇਵਤੇ ਉਹਦੇ ਸਾਹਮਣੇ ਝੁਕਦੇ ਪਏ ਆ। ਤੂੰ ਉਸ ਰੱਬ ਦੀ ਕੀ ਆਰਤੀ ਉਤਾਰ ਸਕਦਾ? ਤੂੰ ਤੇ ਮਹਿਮਾ ਹੀ ਕਰ ਬਹਿ ਕੇ। ਭਾਈ ਸਾਹਿਬ ਦਾ ਪਿਆਰਾ ਬਚਨ ਗੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਨਗਾਰੇ ਵਜਾਏ ਜਾ ਰਹੇ ਤੇ ਗੁਰਸੰਗਤ ਦੇ ਦੇਵਤੇ ਜਿਹੜੇ ਨੇ ਉਹ ਸੰਖ ਵਜਾਉਂਦੇ ਜਾਂਦੇ ਗਨ। ਗਮਨਤ ਕਰਤੇ ਚੜ੍ਹੇ ਉਦੰਗ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਵਾਨ ਜਿਹੜਾ ਗੇ ਉਹ ਬੈਕੁੰਠ ਧਾਮ ਵਾਲੇ ਪਾਸੇ ਤੁਰਿਆ ਜਾ ਰਿਹਾ। ਸ੍ਰੀ ਗੁਰੂ ਮਹਾਰਾਜ ਜੀ ਦਾ ਵਿਵਾਨ ਆਪਣੇ ਨਿਜ ਘਰ ਵਾਲੇ ਪਾਸੇ ਤੁਰਿਆ ਜਾ ਰਿਹਾ ਗੇ ਜੀ। ਸ਼ਬਦ ਭਨੇ ਬਹੁ ਭਾਰੀ। ਭਾਈ ਸਾਹਿਬ ਦਾ ਪਿਆਰਾ ਫਿਰ ਬਚਨ ਕੇ ਕਹਿੰਦੇ ਸਾਰੇ ਦੇਵਤੇ ਬੜੀ ਉੱਚੀ ਆਵਾਜ਼ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰ ਸੰਗਤ ਦੀ ਜੈ ਜੈਕਾਰ ਕਰਦੇ ਪਏ ਕੰਨ। ਸਤਿ ਗੁਰ ਵਿਮਾਨ ਗਵਾਰੀ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਵਿਵਾਨ ਗੇ ਵਾਹਿਗੁਰੂ ਜੀ ਉਹ ਸਭਨਾ ਤੋਂ ਅੱਗੇ ਤੁਰਦਾ ਜਾਪਦਾ ਪਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਵਾਨ ਜਿਹੜਾ ਕਿ ਉਹ ਸਭਨਾ ਤੋਂ ਅੱਗੇ ਜਾਂਦਾ ਪਿਆ ਗੇ ਜੀ। ਜੇ ਲਗ ਪਹੁੰਚਨ ਜੇ ਸੁਰ ਸਖਤ। ਹੁਣ ਅਗਲਾ ਬਚਨ ਸਮਝਣਾ ਭਾਈ ਸਾਹਿਬ ਦੇ ਕਹਿੰਦੇ ਜਿਸ ਜਿਸ ਦੇਵਤੇ ਦੀ ਜਿੱਥੋਂ ਜਿੱਥੋਂ ਤੱਕ ਜਾਣ ਦੀ ਸਮਰੱਥਾ ਸੀ ਕਿ ਜਿਹੜਾ ਦੇਵਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿੱਥੋਂ ਜਿੱਥੋਂ ਤੱਕ ਜਾ ਸਕਦਾ ਗੇ ਜੀ। ਤੈਨੋਂ ਪਹੁੰਚ ਸਹਿਤ ਗੁਰ ਭਗਤ। ਉਸ ਜਗ੍ਹਾ ਤੇ ਤੱਕ ਉਹ ਦੇਵਤਾ ਬੜੀ ਸ਼ਰਧਾ ਦੇ ਨਾਲ ਤੇ ਬੜੇ ਸਤਿਕਾਰ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਗਿਆ, ਭਾਵਨਾ ਦੇ ਨਾਲ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਆ ਗੇ ਜੀ। ਜੈਤੇ ਜਾਏ ਨਾ ਸਕੇ ਅਗਾਰੀ। ਹੁਣ ਕਹਿੰਦੇ ਨੇ ਜਿਸ ਜਗ੍ਹਾ ਉੱਪਰ ਜਾ ਕੇ ਇੱਕ ਦੇਵਤੇ ਦੀ ਸੀਮਾ ਸਮਾਪਤ ਹੋ ਗਈ, ਜਿਸ ਜਗ੍ਹਾ ਤੋਂ ਇੱਕ ਦੇਵਤਾ ਜਿਹੜਾ ਕਿ ਉਹ ਅੱਗੇ ਨਹੀਂ ਜਾ ਸਕਿਆ ਜੀ। ਤੇਰੇ ਹਟ ਹਟ ਬੰਧਨ ਧਾਰੀ। ਗੁਰ ਸੰਗਤ ਜੀ ਉਸ ਜਗ੍ਹਾ ਤੋਂ ਉਹ ਦੇਵਤੇ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਕਰਕੇ ਫਿਰ ਪਛਾਹ ਮੁੜਨ ਲੱਗੇ। ਚਲੋ ਹੁਣ ਆਪ ਦੀ ਪਿਤਾ ਪ੍ਰਤੀ ਦੀ ਕਥਾ ਸੁਣਨ ਵਾਲੇ ਸੰਗਤ ਬੈਠੇ। ਇਸ ਪਰਦਾਏ ਅਸੀਂ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਕਿਸ ਢੰਗ ਦੇ ਨਾਲ ਦੇਵਤਾ ਗਏ, ਉਸ ਦੇ ਆਪਣੀ ਕਿੰਨੀ ਬੰਦਗੀ ਗਏ, ਕਿਹੜਾ ਦੇਵਤਾ ਕਿੱਥੋਂ ਤੱਕ ਜਾ ਸਕਦਾ ਹੈ। ਗੁਰਬਾਣੀ ਨੇ ਸਭਨਾ ਚੀਜ਼ਾਂ ਦਾ ਫੈਸਲਾ ਸਾਨੂੰ ਦਿੱਤਾ ਹੈ, ਪਰ ਆਪਾਂ ਅੱਜ ਉਸ ਵਿਸਥਾਰ ਵਿੱਚ ਨਹੀਂ। ਬਸ ਇੰਨੀ ਬੇਨਤੀ ਕਿ ਜਿੱਥੋਂ ਜਿੱਥੋਂ ਤੱਕ ਕਿਸੇ ਦੇਵਤੇ ਦੀ ਸਮਰੱਥਾ ਕਿ ਉਹ ਮਹਾਰਾਜ ਜੀ ਦੇ ਨਾਲ ਗਿਆ ਤੇ ਜਿਸ ਜਗ੍ਹਾ ਤੇ ਜਾ ਕੇ ਉਹਦੀ ਸਮਰੱਥਾ ਖਤਮ ਹੋ ਗਈ
ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਚਰਨਾਂ ਤੇ ਨਮਸਕਾਰ ਕਰਕੇ ਹਰ ਦੇਵਤਾ ਜਿਹੜਾ ਕਿ ਉਹ ਪਿੱਛੇ ਮੁੜਦਾ ਗਿਆ ਕਿ ਦੀ ਸਾਦਰ ਇਮ ਉੱਚੇ ਪਹੁੰਚਾਏ। ਇਸ ਢੰਗ ਦੇ ਨਾਲ ਬੜੇ ਆਦਰ ਦੇ ਨਾਲ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਦੇ ਨਾਲ ਉਹਨਾਂ ਨੇ ਗੁਰ ਸੰਗਤ ਦੀ ਬੈਕੁੰਠ ਧਾਮ ਮੰਦਰ ਪਹੁੰਚਾ ਦਿੱਤਾ ਹੈ। ਹੁਣ ਇਸ ਵੱਲ ਨੂੰ ਫੇਰ ਸਮਝਣਾ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੈਕੁੰਠ ਧਾਮ ਦਾ ਪਤਾ ਨਹੀਂ, ਜਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਬੈਕੁੰਠ ਧਾਮ ਮੰਦਰ ਜਾ ਨਹੀਂ ਸਕਦੇ, ਜਾਂ ਮਹਾਰਾਜ ਸਾਹਿਬ ਦੇ ਕੋਲ ਸਮਰੱਥਾ ਨਹੀਂ। ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਮਾਲਕ ਨੇ। ਇਹਨੂੰ ਇਸ ਢੰਗ ਨਾਲ ਸਮਝਣਾ ਕਿ ਜਿਵੇਂ ਕੋਈ ਸਤਿਕਾਰਯੋਗ ਬੰਦਾ ਕਿਸੇ ਇਲਾਕੇ ਵਿੱਚ ਆਉਂਦਾ ਹੈ, ਇਲਾਕੇ ਦਾ ਤੇ ਉਹਨੂੰ ਪਤਾ ਹੁੰਦਾ ਏ, ਪਰ ਉਹਦੇ ਸਤਿਕਾਰ ਦੇ ਵਾਸਤੇ ਉਸ ਇਲਾਕੇ ਦੇ ਬਹੁਤੇ ਲੋਕ ਅੱਗੋਂ ਖੜੇ ਹੁੰਦੇ ਆ, ਫਿਰ ਉਹਨੂੰ ਛੱਡ ਕੇ ਆਉਂਦੇ ਆ, ਫਿਰ ਅਗਲਾ ਆਪਣੇ ਘਰ ਤੱਕ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਇੰਨੇ ਸਮਰੱਥਾ ਦੇ ਮਾਲਕ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਇੱਕ ਵਚਨ ਲਿਖਿਆ ਮਿਲਦਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਅੰਦਰ ਤੇ ਜਹਾਂਗੀਰ ਬਾਦਸ਼ਾਹ ਦਿੱਲੀ ਦੀ ਧਰਤੀ ਤੇ ਬੈਠਾ ਹੋਇਆ ਸਖਤ ਬਿਮਾਰ ਹੋ ਗਿਆ। ਇਸ ਬਾਦਸ਼ਾਹ ਦੇ ਕੋਲ ਦੇਵ ਨੇ ਇਸਲਾਮ ਦੇ ਵਿੱਚ ਪੂਜਿਆ ਜਾਣ ਵਾਲਾ ਸਤਿਕਾਰਯੋਗ ਪੀਰ, ਜਿਹਦਾ ਨਾਮ ਮੀਆਂ ਮੀਰ ਹੈ, ਦਿੱਲੀ ਦੀ ਧਰਤੀ ਤੇ ਗਿਆ। ਇਸ ਮੁਸਲਮਾਨ ਫਕੀਰ ਦਾ ਇਸਲਾਮ ਵਿੱਚ ਬਹੁਤ ਸਤਿਕਾਰ ਹੈ ਤੇ ਸਿੱਖ ਜਗਤ ਵੀ ਇਹਦਾ ਸਤਿਕਾਰ ਕਰਦਾ ਹੈ। ਕਹਿੰਦੇ ਜੀ ਇਹ ਜਦੋਂ ਗਿਆ ਸਾਈਂ ਮੀਆਂ ਮੀਰ ਜਹਾਂਗੀਰ ਦੇ ਕੋਲ, ਤੇ ਜਹਾਂਗੀਰ ਬਾਦਸ਼ਾਹ ਨੇ ਆਪਣੀ ਵੇਦਨਾ ਦੱਸ ਕੇ ਆਖਿਆ, ਸਾਈਂ ਜੀ ਮੈਂ ਸਖਤ ਬਿਮਾਰ ਰਹਿਣਾ, ਮਤਲਬ ਮੇਰਾ ਠੀਕ ਨਹੀਂ ਹੋ ਰਿਹਾ ਸਰੀਰ, ਪਖਲਾ ਬੜੇ ਭਿਆਨਕ ਆਉਂਦੇ ਨੇ, ਤੁਸੀਂ ਖੁਦਾ ਨੂੰ ਮੰਨਣ ਵਾਲੇ ਹੋ, ਪਰਮਾਤਮਾ ਦੇ ਘਰ ਤੱਕ ਤੁਹਾਡੀ ਪਹੁੰਚ ਗਏ ਤੇ ਤੁਸੀਂ ਕਿਰਪਾ ਕਰਕੇ ਖੁਦਾ ਦੇ ਘਰ ਅੰਦਰ ਅਰਦਾਸ ਕਰੋ, ਮੇਰੀ ਸਿਫਾਰਿਸ਼ ਕਰੋ ਤਾਂ ਜੋ ਮੈਂ ਠੀਕ ਹੋ ਜਾਵਾਂ। ਸਾਈਂ ਮੀਆਂ ਮੀਰ ਮੁਸਕਰਾ ਪਿਆ, ਹੱਸਿਆ ਤੇ ਗੱਸ ਕੇ ਉਹਨੇ ਇੱਕ ਗੱਲ ਆਖੀ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਵੈਸੇ ਤਾਂ ਇਹ ਗੱਲ ਠੀਕ ਹੈ ਕਿ ਖੁਦਾ ਨੂੰ ਨਾ ਤੇ ਕੋਈ ਬੰਦਾ ਕੈਦ ਕਰ ਸਕਦਾ ਹੈ ਤੇ ਖੁਦਾ ਨੂੰ ਨਾ ਕੋਈ ਬੰਦਾ ਦੁਖੀ ਕਰ ਸਕਦਾ, ਪਰਮਾਤਮਾ ਨੂੰ ਨਾ ਅਸੀਂ ਕੈਦ ਕਰ ਸਕਦੇ, ਨਾ ਉਹਨੂੰ ਦੁਖੀ ਕਰ ਸਕਦੇ, ਕਿਉਂਕਿ ਉਹ ਸਾਕਾਰ ਰੂਪ ਹੈ, ਹਰ ਜਗ੍ਹਾ ਤੇ ਰਮਿਆ ਗਿਆ। ਪਰ ਇਹ ਚੇਤਾ ਰੱਖ ਵੀ ਇਸ ਵੇਲੇ ਉਸ ਖੁਦਾ ਨੇ ਇੱਕ ਆਕਾਰ ਰੂਪ ਵੀ ਧਾਰਨ ਕੀਤਾ ਹੈ। ਆਕਾਰ ਰੂਪ ਉਹਨਾਂ ਦਾ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸਾਕਾਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਨਿਰਗੁਣ ਗਏ, ਉਹ ਪਰਮਾਤਮਾ ਜਿਹੜਾ ਕਿ ਜਿਸ ਦਾ ਕੋਈ ਆਕਾਰ ਨਹੀਂ, ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਨਿਰੰਕਾਰ ਆਖਿਆ ਗਿਆ। ਨਿਰੰਕਾਰ ਦਾ ਅਰਥ ਹੈ ਉਹ ਆਕਾਰ ਤੋਂ ਰਹਿਤ ਗਏ, ਹਰ ਜਗ੍ਹਾ ਤੇ ਰਮਿਆ ਗਏ, ਪਰ ਉਹਦਾ ਆਕਾਰ ਕੋਈ ਨਹੀਂ। ਸ੍ਰੀ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦੀ ਪਰਮਾਤਮਾ ਸਵਰੂਪ ਨੇ ਆਖਿਆ, ਗੁਰੂ ਹਰਗੋਬਿੰਦ ਸਾਹਿਬ ਹੀ ਖੁਦਾ ਨੇ, ਖੁਦਾ ਕੀ ਗੁਰੂ ਹਰਗੋਬਿੰਦ ਸਾਹਿਬ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੀ ਰੱਬ ਨੇ, ਰੱਬ ਕੀ ਗੁਰੂ ਹਰਗੋਬਿੰਦ ਸਾਹਿਬ ਕੇ। ਉਹਨੇ ਕਿਰਪਾ ਕਰਕੇ ਆਪਣੇ ਸਾਕਾਰ ਰੂਪ ਵਿੱਚੋਂ ਆਪਣਾ ਇੱਕ ਆਕਾਰ ਰੂਪ ਪ੍ਰਗਟ ਕੀਤਾ ਹੈ ਤੇ ਜਿਹੜਾ ਉਹਨਾਂ ਦਾ ਆਕਾਰ ਰੂਪ ਕੇ ਉਹਨਾਂ ਨਾਲ ਤੋਂ ਵਾਅਦਾ ਕੀਤਾ ਸੀ ਵੀ ਤੁਸੀਂ ਇੰਨੇ ਕੁ ਦਿਨ ਦੱਖਣ ਦੇ ਕਿਲੇ 'ਚ ਬਹਿ ਕੇ ਬੰਦਗੀ ਕਰੋ। ਉਹਨਾਂ ਨੂੰ ਕੈਦ ਨਹੀਂ ਕੀਤਾ, ਖਿਆਲ ਕਰਨਾ ਸੀ ਕਿ ਵਾਲੇ ਗੁਰੂ ਹਰਗੋਬਿੰਦ ਸਾਹਿਬ ਰਿਹਾ ਹੋ ਗਿਆ, ਪਰ ਯਾਦ ਰੱਖੋ ਰਿਹਾਅ ਹੁੰਦਾ ਕਿ ਜਿਹੜਾ ਕੈਦ ਹੁੰਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਨਹੀਂ ਕੀਤਾ ਗਿਆ, ਸਗੋਂ ਮਹਾਰਾਜ ਨੂੰ ਬੇਨਤੀ ਕੀਤੀ ਸੀ ਜਹਾਂਗੀਰ ਨੇ ਵੀ ਤੁਸੀਂ ਉੱਥੇ ਬੈਠ ਕੇ ਮੇਰੇ ਵਾਸਤੇ ਬੰਦਗੀ ਕਰੋ ਤੇ ਨਾਲੇ ਅਰਦਾਸ ਕਰੋ। ਹੁਣ ਕਿਸੇ ਬਾਦਸ਼ਾਹ ਵਾਸਤੇ ਮਹਾਰਾਜ ਉੱਥੇ ਖੁਦਾ ਦੀ ਬੰਦਗੀ ਕਰਨ ਨਹੀਂ ਗਏ ਵੀ ਜਾ ਕੇ ਠੀਕ ਹੋ ਜਾਏ। ਅਸਲ ਮਹਾਰਾਜ ਉੱਥੇ ਤਾਂ ਗਏ, ਉਹਨਾਂ ਦਾ ਆਪਣਾ ਇੱਕ ਕੌਤਕ ਗਏ ਵੀ ਜੇ ਅਸੀਂ ਉੱਥੇ ਜਾਵਾਂਗੇ ਤੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀ ਬੰਦ ਖਲਾਸੀ ਹੋ ਜਾਏਗੀ। ਇਹ ਵੀ ਮਹਾਰਾਜ ਸਾਹਿਬ ਜੀ ਦਾ ਇੱਕ ਕੌਤਕ ਕਹਿ ਲਓ, ਉਹਦੀ ਆਪਣੀ ਮਰਜ਼ੀ ਆ ਨਾ, ਉਹਨੇ ਕੀ ਕਰਨਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਰਿਹਾ ਕਰਵਾਇਆ ਹੈ, ਆਪ ਉਹ ਕੈਦ ਹੀ ਨਹੀਂ ਹੋਏ, ਆਪ ਤਾਂ ਮਹਾਰਾਜ ਵੈਸੇ ਗਏ ਸਨ। ਵੇਖੋ ਇੱਕ ਬੰਦਾ ਹੋ ਕੇ ਜਿੰਨੇ ਕੋਈ ਗੁਨਾਹ ਕੀਤਾ ਤੇ ਉਹਨੂੰ ਜੇਲ੍ਹ ਵਿੱਚ ਕੈਦ ਕੀਤਾ ਗਿਆ ਤੇ 2 4 10 20 ਸਾਲਾਂ ਬਾਅਦ ਉਹਦੀ ਰਿਹਾਈ ਹੋਈ। ਪਰ ਇੱਕ ਜੇਲ੍ਹ ਦਾ ਮਾਲਕ ਕੇ, ਇੱਕ ਜੇਲ੍ਹ ਦਾ ਕੰਮ ਕਰਨ ਵਾਲਾ ਕੇ, ਇੱਕ ਸਿਪਾਹੀ ਕੇ, ਉਹ ਰੋਜ਼ ਜੇਲ੍ਹ ਅੰਦਰ ਜਾਂਦਾ ਵੀ ਆ ਆਉਂਦਾ ਵੀ ਆ, ਪਰ ਉਹਨੂੰ ਅਸੀਂ ਕੈਦ ਨਹੀਂ ਕਹਿ ਸਕਦੇ, ਨਾ ਉਹਦੀ ਰਿਹਾਈ ਕਹਿ ਸਕਦੇ, ਉਹਦੇ ਆਉਂਦਾ ਜਾਂਦਾ ਕਿ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਦਾਂ ਕਹੇ। ਸੋ ਖੈਰ
ਉਸ ਸਾਈਂ ਮੀਆਂ ਮੀਰ ਨੇ ਆਖਿਆ, ਕਹਿਣ ਲੱਗੇ ਮਹਾਰਾਜ ਨਾਲ ਤੁਸੀਂ ਵਾਅਦਾ ਕੀਤਾ ਸੀ ਕੁਝ ਦਿਨਾਂ ਦਾ, ਤੇ ਹੁਣ ਕਈ ਮਹੀਨੇ ਹੋ ਗਏ ਆ। ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੁਦਾ ਰੂਪ ਨੇ। ਜਹਾਂਗੀਰ ਪੁੱਛਦਾ ਵੀ ਸਾਈਂ ਜੀ ਚਲੋ ਤੁਹਾਡੇ ਤੇ ਵਿਸ਼ਵਾਸ ਆ, ਪਰ ਫਿਰ ਵੀ ਕੋਈ ਇੱਕ ਅੱਧੀ ਉਦਾਹਰਣ ਦੇ ਛੱਡੋ। ਤੇ ਸਾਈਂ ਮੀਆਂ ਮੀਰ ਨੇ ਜੋ ਸਾਡੇ ਉਸਤਾਦ ਮਹਾਂਪੁਰਖਾਂ ਪੜਾਇਆ, ਜੋ ਲਿਖਤ ਵਿੱਚੋਂ ਪੜਨ ਵਾਸਤੇ ਮਿਲਿਆ, ਕਿ ਸਾਈਂ ਮੀਆਂ ਮੀਰ ਨੇ ਇਹ ਗੱਲ ਕਹੀ ਸੀ, ਕਹਿਣ ਲੱਗੇ ਬਾਦਸ਼ਾਹ ਅਸੀਂ ਰੱਬ ਦੀ ਬੰਦਗੀ ਕਰਦੇ। ਚਲੋ ਇਹ ਤਾਂ ਆਪਾਂ ਸਰਬੱਤ ਸੰਗਤ ਮੰਨਦੇ ਆ ਨਾ, ਕਿ ਜਿਹੜਾ ਰੱਬ ਦੀ ਬੰਦਗੀ ਕਰਦਾ ਕਿ ਉਹਦੇ ਵਿੱਚ ਅਪੇਦ ਕੇ ਉਹਨੂੰ ਰੱਬ ਦਾ ਦੀਦਾਰ ਹੁੰਦਾ ਕਿ। ਤੇ ਬਾਣੀ ਵਿੱਚ ਭਗਤ ਸਾਹਿਬਾਨਾਂ ਨੇ ਇਹ ਗੱਲ ਪ੍ਰਤੱਖ ਕਹੀ ਗਈ। ਤੇ ਭਗਤ ਧੰਨਾ ਸਾਹਿਬ ਨੇ ਤਾਂ ਸਿੱਧੀ ਗੱਲ ਕਹਿ ਦਿੱਤੀ ਨਾ ਕਿ ਮਿਲੇ ਪ੍ਰਤੱਖ ਗੁਸਾਈਆਂ। ਪ੍ਰਤੱਖ ਦਾ ਮਤਲਬ ਸਾਹਮਣੇ। ਉਹ ਕਹਿੰਦੇ ਮੈਨੂੰ ਪ੍ਰਤੱਖ ਰੱਬ ਮਿਲਿਆ ਕਿ ਤੇ ਧੰਨਾ ਵਡਭਾਗਾ, ਹੁਣ ਮੈਂ ਵੱਡਿਆਂ ਭਾਗਾਂ ਵਾਲਾ ਹੋ ਗਿਆ। ਸਾਈਂ ਮੀਆਂ ਮੀਰ ਕਹਿਣ ਲੱਗਾ, ਜਹਾਂਗੀਰ ਬਾਦਸ਼ਾਹ ਰੱਬ ਦੀ ਇੰਨੀ ਕਿਰਪਾ ਕਿ ਮੈਂ ਰੱਬ ਦੇ ਪ੍ਰਤੱਖ ਦੀਦਾਰ ਕਰਦਾ। ਤੇ ਯਾਦ ਰੱਖ, ਜਦੋਂ ਮੈਂ ਬੰਦਗੀ ਵਿੱਚ ਲੀਨ ਹੋ ਕੇ ਖੁਦਾ ਦਾ ਦੀਦਾਰ ਕਰਨ ਜਾਂਦਾ ਹੈ ਨਾ, ਤੇ ਜਦੋਂ ਉਹ ਤਾਕੀ ਖੁੱਲਦੀ ਹੈ, ਰੱਬ ਦੇ ਘਰ ਦੀ ਬਾਰੀ ਖੁੱਲਦੀ ਹੈ, ਜਿਹੜਾ ਪਰਮੇਸ਼ਰ ਦਾ ਸਿੰਘਾਸਨ ਕੇ ਉਸ ਸਿੰਘਾਸਨ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਵੀ ਬੈਠੇ ਹੁੰਦੇ, ਇਹ ਰੱਬ ਨੇ। ਤੇ ਮਹਾਰਾਜ ਦਾ ਦੀਦਾਰ ਕਰਕੇ ਜਦੋਂ ਮੈਂ ਵਾਪਸ ਦੁਨੀਆ ਵਿੱਚ ਆਉਂਦਾ ਹਾਂ, ਇੱਥੇ ਆ ਕੇ ਉਹਨਾਂ ਨੂੰ ਦੁਨੀਆ ਵਿੱਚ ਵਿਚਰਦਾ, ਤੇ ਇੱਥੇ ਵੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਰਮਾਤਮਾ ਨੇ। ਤੇ ਤੂੰ ਇਹ ਗੱਲ ਸੋਚੇ ਕਿ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਬੈਠੇ ਰਹਿਣ, ਤੇ ਮੈਂ ਇੱਧਰ ਸੁੱਖ ਦੀ ਨੀਂਦ ਸੌਂ ਸਕਾਂ, ਏਦਾਂ ਨਹੀਂ ਹੋ ਸਕਦਾ। ਜੇ ਸੁੱਖ ਦੀ ਨੀਂਦ ਸੌਣਾ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਤੂੰ ਉਹਨਾਂ ਨੂੰ ਕਿਲੇ 'ਚੋਂ ਬਾਹਰ ਲਿਆ। ਇਸ ਢੰਗ ਨਾਲ ਉਹਨੇ ਇੱਥੇ ਗੱਲ ਕਹੀ। ਇਹ ਦਾਸ ਕਹਿਣੀ ਚਾਹੁੰਦਾ ਹੈ, ਭਾਈ ਸਾਹਿਬ ਜੀ ਕਹਿੰਦੇ ਵੀ ਦੇਵਤੇ ਮਹਾਰਾਜ ਨੂੰ ਉਸ ਤੱਕ ਬੈਕੁੰਠ ਧਾਮ ਤੱਕ ਪਹੁੰਚਾ ਕੇ ਵਾਪਸ ਆ ਗਏ। ਇਹ ਨਹੀਂ ਵੀ ਗੁਰੂ ਹਰਗੋਬਿੰਦ ਸਾਹਿਬ ਆਪ ਨਹੀਂ ਜਾ ਸਕਦੇ, ਉਹ ਤੇ ਬੈਕੁੰਠ ਦੇ ਵੀ ਮਾਲਕ ਨੇ। ਬੈਕੁੰਠ ਉਹਨਾਂ ਦੀ ਦੇਣਗੇ, ਸਭ ਕੁਝ ਉਹਨਾਂ ਦੀ ਆਪਣੀ ਦੇਣਗੇ। ਦੇਵਤੇ ਸਿਰਫ ਗੁਰੂ ਹਰਗੋਬਿੰਦ ਸਾਹਿਬ ਦੇ ਸਤਿਕਾਰ ਵਾਸਤੇ ਨਾਲ ਸਨ। ਜਿਵੇਂ ਕੋਈ ਵੱਡਾ ਬੰਦਾ ਆਵੇ ਤੇ ਉਹਨੂੰ ਆਮ ਜਨਤਾ ਦੀ ਲੋੜ ਨਹੀਂ। ਆਮ ਬੰਦੇ ਤਾਂ ਕਰਕੇ ਅੱਗੇ ਜਾਂਦੇ ਆ ਵੀ ਅੱਜ ਉਹਨੂੰ ਮਿਲਾਂਗਾ, ਉਹ ਮੰਤਰੀ ਕੱਲ ਮੈਨੂੰ ਆ ਦੇ ਦੇਗਾ। ਇਸੇ ਕਰਕੇ ਦੇਵਤੇ ਅੱਗੇ ਮਹਾਰਾਜ ਦੇ ਗਏ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਦੀਦਾਰ ਕਰਾ ਦੇਗੀ, ਹੋ ਸਕਦਾ ਸਾਡਾ ਵੀ ਕਿਹੜਾ ਛੋਟਦਾ ਹੈ। ਭਾਈ ਸਾਹਿਬ ਦਾ ਪਿਆਰਾ ਇਸ ਕਰਕੇ ਬਚਣਗੇ, ਕਹਿੰਦੇ ਇਸ ਢੰਗ ਦੇ ਨਾਲ ਦੇਵਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੈਕੁੰਠ ਧਾਮ ਤੱਕ ਉਹਨਾਂ ਬੜੇ ਪਿਆਰ ਦੇ ਨਾਲ ਪਹੁੰਚਾ ਦੇਣਾ ਕੀਤਾ ਗਿਆ ਜੀ। ਤੇ ਫਿਰ ਬੜੇ ਪਿਆਰ ਦੇ ਨਾਲ ਸਾਰੇ ਦੇਵਤੇ ਜਿਹੜੇ ਨੇ ਗੁਰਸੰਗਤ ਦੀ ਉਹ ਪਿੱਛੇ ਹਟਣ ਲੱਗ ਪਏ। ਸਾਰੇ ਦੇ ਸਾਰੇ ਦੇਵਤੇ ਪਿੱਛੇ ਮੁੜਨ ਲੱਗ ਪਏ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤੇਜ ਪ੍ਰਕਾਸ਼ ਕੇ ਉਹ ਬਹੁਤ ਜ਼ਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਤੇਰੇ ਦਾ ਤੇਜ ਪ੍ਰਕਾਸ਼ ਬਹੁਤ ਜ਼ਿਆਦਾ ਕੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਵਿਵਾਨ ਜਿਹੜਾ ਕਿ ਗੁਰਸੰਗਤ ਦੀ ਔਰ ਹੋਰ ਅੱਗੇ ਤੁਰਿਆ ਜਾ ਰਿਹਾ। ਸ੍ਰੀ ਗੁਰੂ ਮਹਾਰਾਜ ਜੀ ਦਾ ਪਵਿੱਤਰ ਵਿਵਾਨ ਜਿਹੜਾ ਕਿ ਉਹ ਅੱਗੇ ਤੋਂ ਅੱਗੇ ਤੁਰਿਆ ਜਾ ਰਿਹਾ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਵਾਨ ਦੇ ਨਾਲ ਬੜੇ ਬੜੇ ਮਹਾਨ ਤਪਸਵੀ ਸਨ। ਬੜੇ ਬੜੇ ਮਹਾਨ ਤਪਸਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਵਾਨ ਨੂੰ ਛੋੜ ਕਰ ਦੀ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਨਮਸਕਾਰਾਂ ਕਰਕੇ ਇਹ ਸਾਰੇ ਦੇ ਸਾਰੇ ਪਿੱਛੇ ਨੂੰ ਮੁੜਦੇ ਪਏ ਗਨ। ਅਖੀਰ ਦੇ ਭਾਈ ਸਾਹਿਬ ਦੇ ਕਹਿੰਦੇ ਨੇ ਬ੍ਰਹਮ ਲੋਕ ਤੱਕ ਬ੍ਰਹਮਾ ਨਾਲ ਗਿਆ। ਇਹ ਵੈਦਿਕ ਧਰਮ ਦੀਆਂ ਵੀ ਵਿਚਾਰਾਂ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਵੀ ਜ਼ਿਕਰ ਕੀਤਾ ਬ੍ਰਾਹਮਣ ਲੋਕ, ਸ਼ਿਵ ਲੋਕ, ਰੁਦਰ ਲੋਕ, ਇਹਨਾਂ ਸਭਨਾਂ ਦਾ ਤੇ ਖਾਸ ਕਰਕੇ ਇਹਨਾਂ ਸਭਨਾਂ ਦਾ ਵਿਸਤਾਰ ਦਸਮ ਗ੍ਰੰਥ ਵਿੱਚੋਂ ਮਿਲਦਾ। ਬ੍ਰਹਮਾ ਜਿਹੜਾ ਕਿ ਗੁਰਸੰਗਤ ਦੀ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬ੍ਰਹਮ ਲੋਕ ਤੱਕ ਗਿਆ ਗਏ ਜੀ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਵਾਨ ਜਿਹੜਾ ਕਿ ਉਸ ਤੋਂ ਵੀ ਅੱਗੇ ਨਿਕਲ ਗਿਆ। ਮਹਾਰਾਜ ਸਾਹਿਬ ਜੀ ਦਾ ਵਿਵਾਨ ਉਸ ਤੋਂ ਵੀ ਅੱਗੇ ਚਲਾ ਗਿਆ ਕਿ ਜੀ। ਮੁੱਖ ਦੀ ਗੱਲ ਇਹ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਤਮਿਕ ਮੰਡਲ ਵਿੱਚ ਜਾਂ ਇਸ ਢੰਗ ਦੇ ਨਾਲ ਮਹਾਰਾਜ ਜੀ ਸੱਚਖੰਡ ਪ੍ਰਵੇਸ਼ ਕਰ ਗਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਪ੍ਰਵੇਸ਼ ਕਰਕੇ ਗਨ ਨਿਜਪੁਰ ਸੁਰ ਪਹੁੰਚ ਅਸ਼ੇਸ਼ੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਮਾਨ ਦੇ ਨਾਲੋਂ ਵਾਪਸ ਆ ਕੇ ਗੁਰ ਸੰਗਤ ਦੀ ਜਿਹੜੇ ਦੇਵਤੇ ਸਨ ਉਹ ਸਾਰੇ ਦੇ ਸਾਰੇ ਆਪਣੇ ਆਪਣੇ ਇਹ ਪੁਰੀਆਂ ਵਾਲੇ ਪਾਸੇ ਚਲੇ ਗਏ ਗਨ। ਇਸ ਪ੍ਰਕਾਰ ਸਤਿਗੁਰ ਨਿਜਤਾ ਇਸ ਢੰਗ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਕਿਰਪਾ ਦੇ ਸਾਗਰ ਗਨ ਜੇ ਜੋਤ ਰੂਪ ਭਗਵਾਨ ਮਹਾਰਾਜ ਸੱਚੇ ਪਾਤਸ਼ਾਹ ਜੋ ਜੋਤੀ ਸਰੂਪ ਪਰਮਾਤਮਾ ਗਨ ਉਹ ਬੈਕੁੰਠ ਧਾਮ ਭਾਵ ਕੇ ਸੱਚਖੰਡ ਦੇ ਅੰਦਰ ਪਹੁੰਚ ਕੇ ਗਨ ਦੀ ਕੀਰਤ ਜਗ ਮੈਂ ਵਿਸਥਾ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਕੀਰਤੀ ਦਾ ਬਹੁਤ ਜ਼ਿਆਦਾ ਵਾਧਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਜਸ ਸ੍ਰੀ ਗੁਰੂ ਨਾਨਕ ਸੱਚੇ ਹਰਗੋਬਿੰਦ ਸਾਹਿਬ ਜੀ ਨੇ ਇਸ ਦੁਨੀਆ ਅੰਦਰ ਬਹੁਤ ਜ਼ਿਆਦਾ ਫੈਲਾ ਦਿੱਤਾ ਕਿ ਜੀ ਮਗ ਵਿਦਤਾਏ ਉਦਾਰ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੇ ਰਸਤੇ ਨੂੰ ਗੁਰ ਪ੍ਰਤੱਖ ਰੂਪ ਦੇ ਵਿੱਚ ਗੁਰ ਸੰਗਤ ਦੀ ਇਸ ਬਾਤ ਲੋਕ ਦੇ ਅੰਦਰ